बड़ियां बरीकियां, बड़ा ज्ञान ते बड़े प्यार दे नाल संगत नूं गुरबाणी दे विच समझाउणा करदे आ। गुरमुख प्यारिओ, जे सही तरीके नाल गुरबाणी दी विचार करके पढ़ीए ना, नेत्र खुले रह जांदे है कि साडा पिता इन्ना कृपालू, इन्ना दयालू, साडे ते इन्नी किरपा करदा है कि सानू एडा फिकर साडा साडे पिता नूं, असीं ते मालक नूं याद ही नहीं करदे, असीं ते मालक दा वो गुण दे ही नहीं सकदे जो साडा पिता साडे ते रहम करके गुरबाणी दे विच साडे गुरुआं भगतां फकीरां दे मुख दे विचों ਇਹ बड़े अमोलक वचन कढ़वाए है। गुरमुख प्यारिओ, पातशाह कहंदे किते भी तुहानू सुख नहीं मिलना, बेशक जिथे मर्जी जाके सुख लभण दी कोशिश करो, ਜਾਂ जंगलां बेलियां दे विच चले जाओ, ਜਾਂ खंडां ब्रह्मंडां दे विच चले जाओ, कहंदे किते नहीं मिलना। होर किथे मिलना? पातशाह कहंदे अपने घर विच, अपने शरीर रूपी हिरदे दे विच बह के उस गुरु दी सेवा कर लै। कहंदे तैनू सारा कुछ घर दे विचों प्राप्त हो जाना। पातशाह ने सीधा स्पष्ट कर दिता, सब किछ घर में बाहर ना है। कहंदे सारा कुछ जो कुछ भी तैनू चाहिदा है, जां वो अध्यात्मक मार्ग दा, जां वो जीवनक मार्ग दा, कहंदे कुछ भी है, सब किछ घर में बाहर नहीं। बाहर टोल है सो भरम भुलाही। कहंदे जे बाहर लभदे तां इस दा मतलब तू अजे भरम दे विच है, तेरा भरम दा पर्दा अजे दूर नहीं होया, अजे भरम दा पर्दा दूर नहीं होया। गुरमुख प्यारिओ, कहंदे सारा कुछ घर दे विच है, फिर पिता मिलना किदां है? जे घर दे विच है तां मिलना किदां? पातशाह कहंदे उस मालक दी आराधना करो, उस गुरु दी सेवा करो, सतगुरु दी आराधना करो, गुरु दी सेवा करो। पातशाह बड़ा सोहना दसदे है, कहंदे गुरु दी सेवा करे तो जो सुख मिलेगा ना, वो सुख ते तैनू राज दी गद्दी ते बह के भी नहीं मिलना। ਜਿਹੜੇ ਅੱਜ ਕੋਈ ਛੋਟੀ ਕੋਈ ਵੱਡੀ ਤੇ ਗੱਦੀਆਂ ਤੇ ਵਿਰਾਜਮਾਨ ਨੇ ਨਾ, ਜਿੱਦਾਂ ਕੋਈ MLA ਦੀ ਗੱਦੀ ਤੇ ਬੈਠਾ, ਕੋਈ MP ਦੀ ਗੱਦੀ ਤੇ ਬੈਠਾ, ਕੋਈ ਪ੍ਰਧਾਨ ਮੰਤਰੀ ਦੀ ਗੱਦੀ ਤੇ ਬੈਠਾ, ਕੋਈ ਮੁੱਖ ਮੰਤਰੀ ਦੀ ਗੱਦੀ ਤੇ ਬੈਠਾ, ਇਹ ਗੱਦੀਆਂ ਤੇ ਬੈਠੇ ਆ ਸਾਰੇ। ਇਹਨਾਂ ਨੂੰ ਗੁਰਮੁਖ ਪਿਆਰਿਓ ਉਹ ਸੁੱਖ ਪ੍ਰਾਪਤ ਨਹੀਂ ਜਿਹੜਾ ਗੁਰੂ ਦੀ ਸੇਵਾ ਕਰਕੇ ਮਿਲਣਾ। ਪਾਤਸ਼ਾਹ ਕਹਿ ਰਹੇ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਕਹਿੰਦੇ ਉਸ ਗੋਬਿੰਦ ਦੀ ਸੇਵਾ ਕਰੇ ਤੋ ਜੋ ਸੁਖ ਮਿਲੇਗਾ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ। ਕਹਿੰਦੇ ਉਹ ਸੁਖ ਤੇ ਜੇ ਤੈਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਜਾਵੇ, ਭਲਿਆ ਫੇਰ ਵੀ ਉਹ ਸੁਖ ਪ੍ਰਾਪਤ ਨਹੀਂ ਹੋਣਾ। ਉਹ ਸੁਖ ਨਹੀਂ ਕਹਿੰਦੇ ਤੈਨੂੰ ਮਿਲਣਾ। ਦੇਖੋ ਕਿੱਡੀ ਵੱਡੀ ਕਮਾਲ ਦੀ ਗੱਲ ਮੇਰੇ ਪਿਤਾ ਨੇ ਆਖੀ। ਪਾਤਸ਼ਾਹ ਨੇ ਸਾਰਾ ਕੁਝ ਆਪਣੇ ਘਰ ਦੇ ਵਿੱਚ ਰੱਖ ਦਿੱਤਾ। ਗੁਰਮੁਖ ਪਿਆਰਿਓ, ਸਾਰਾ ਕੁਝ ਹੀ ਘਰ ਦੇ ਵਿੱਚ ਦੇ ਦਿੱਤਾ। ਅਸੀਂ ਤੇ ਸਿਰਫ ਤਲਾਸ਼ ਕਰਨੀ ਹੈ, ਖੋਜ ਕਰਨੀ ਹੈ। ਅਸੀਂ ਖੋਜੀ ਬਣਨਾ। ਖੋਜੀ ਬਣ ਕੇ ਗੁਰਮੁਖ ਪਿਆਰਿਓ ਆਪਾਂ ਸਾਰਾ ਕੁਝ ਅੰਦਰੋਂ ਲੱਭ ਲੈਣਾ। ਜਦੋਂ ਅਸੀਂ ਅੰਦਰੋਂ ਲੱਭ ਲਵਾਂਗੇ ਨਾ,
ਫਿਰ ਪਾਤਸ਼ਾਹ ਕਹਿੰਦੇ ਭਲਿਆ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ, ਤੂੰ ਤੇ ਖੋਜੀ ਬਣ ਜਾ, ਖੋਜੀ ਬਣ ਕੇ ਅੰਦਰ ਦੀ ਖੋਜ ਕਰ ਲੈ। ਇਸ ਕਰਕੇ ਗੁਰਮੁਖ ਪਿਆਰਿਓ, ਅਸੀਂ ਛੱਡੀਏ, ਕੀ ਛੱਡੀਏ? ਪਖੰਡ, ਪਖੰਡਾਂ ਨੂੰ ਛੱਡੀਏ। ਪਖੰਡ ਕਰਕੇ ਗੁਰਮੁਖ ਪਿਆਰਿਓ ਸਾਨੂੰ ਮੁਕਤੀ ਨਹੀਂ ਮਿਲਣੀ। ਪਖੰਡ ਕਰਕੇ ਗੁਰਮੁਖੋ ਸਾਡਾ ਜਮਾਂ ਤੋਂ ਛੁਟਕਾਰਾ ਨਹੀਂ ਹੁੰਦਾ। ਸਿੱਧਾ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇਸ ਮਨ ਬੱਚੇ ਨੂੰ ਸਮਝਾ ਦਿੱਤਾ। ਕਹਿੰਦੇ ਜੇ ਤੂੰ ਪਖੰਡ ਕਰਕੇ ਸੋਚੇ ਨਾ ਕਿ ਸ਼ਾਇਦ ਮੇਰਾ ਜਮਾਂ ਤੋਂ ਛੁਟਕਾਰਾ ਹੋ ਜਾਏਗਾ, ਕਹਿੰਦੇ ਇਹ ਵੀ ਤੂੰ ਭਰਮ ਦੇ ਵਿੱਚ। ਕਹਿੰਦੇ ਚਿੱਤਰ ਤੇ ਗੁਪਤ ਹਰ ਘੜੀ ਹਰ ਪਲ ਤੇਰੇ ਨਾਲ ਨੇ, ਉਹ ਤੇਰਾ ਲੋਖਾ ਜੋਖਾ ਨੋਟ ਕਰਦੇ ਆ। ਸ਼ਾਮ ਨੂੰ ਤੇਰੀ ਫਾਈਲ ਤਿਆਰ ਕਰਕੇ ਧਰਮਰਾਜ ਕੋਲੇ ਭੇਜ ਦੇਣੀ ਹੈ। ਸ਼ਾਮ ਨੂੰ ਭੇਜ ਦੇਣੀ ਹੈ ਗੁਰਮੁਖ ਪਿਆਰਿਓ। ਉਹਦਾ ਲੇਖਾ ਜੋਖਾ ਬੜੀ ਬਰੀਕੀ ਦੇ ਨਾਲ ਫਿਰ ਹੋਣਾ ਹੈ। ਪਾਤਸ਼ਾਹ ਕਹਿੰਦੇ ਆ ਗੁਰਬਾਣੀ ਦੇ ਵਿੱਚ, ਪਖੰਡ ਕੀਨੈ ਜਮ ਨਾ ਛੋੜੈ। ਦੱਸੋ ਇਸ ਤੋਂ ਸਿੱਧੀ ਗੱਲ ਕੀ ਆਖੇਗਾ ਪਾਤਸ਼ਾਹ? ਪਾਤਸ਼ਾਹ ਕਹਿੰਦੀ ਪਖੰਡ ਕਰੇ ਤੂੰ ਜਮਾਂ ਤੋਂ ਛੁਟਕਾਰਾ ਨਹੀਂ ਹੋਣਾ। ਅਸੀਂ ਦੁਨਿਆਵੀ ਜੀਵਾਂ ਨੂੰ ਧੋਖਾ ਦੇ ਸਕਦੇ ਹਾਂ, ਅਸੀਂ ਆਪ ਤੋਂ ਵੱਡਿਆਂ ਨੂੰ ਧੋਖਾ ਦੇ ਸਕਦੇ ਹਾਂ, ਛੋਟਿਆਂ ਨੂੰ ਧੋਖਾ ਦੇ ਸਕਦੇ ਹਾਂ, ਪਰ ਉਹ ਜੋ ਚਿੱਤਰ ਤੇ ਗੁਪਤ ਸਾਡੇ ਸੱਜੇ ਤੇ ਮੋਢੇ ਤੇ ਸਾਡੇ ਨਾਲ ਵਿਰਾਜਮਾਨ ਨੇ, ਹਰ ਘੜੀ ਸਾਡਾ ਲੇਖਾ ਜੋਖਾ ਲਿਖਦੇ ਆ, ਉਹਨਾਂ ਨੂੰ ਗੁਰਮੁਖ ਪਿਆਰਿਓ ਧੋਖਾ ਨਹੀਂ ਦੇ ਸਕਦੇ। ਉਹਨਾਂ ਨੂੰ ਪਖੰਡ ਕਰਕੇ ਦਿਖਾ ਨਹੀਂ ਸਕਦੇ। ਪਾਤਸ਼ਾਹ ਕਹਿ ਰਹੇ ਹੈ, ਪਖੰਡ ਕੀਨੈ ਜਮ ਨਾ ਛੋੜੈ, ਮਨ ਵੇਖੈ ਕਰ ਵਿਚਾਰੀ। ਕਹਿੰਦੇ ਮਨਾ ਤੂੰ ਵਿਚਾਰ ਕਰਕੇ ਵੇਖ ਲੈ, ਵਿਚਾਰ ਕਰਕੇ ਵੇਖ ਲੈ। ਕਹਿੰਦੇ ਕੀ ਕਰਕੇ ਹਿਰਦੇ ਦੇ ਵਿੱਚ ਦੇਖਣ? ਕਹਿੰਦੇ ਹਿਰਦੇ ਦੇ ਵਿੱਚ ਵਿਚਾਰ ਕਰ ਕਿ ਮੈਂ ਜੋ ਕਰਮ ਕਰਦਾ ਦਿਨ ਤੋਂ ਲੈ ਕੇ ਰਾਤ ਤੱਕ, ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਜੋ ਕਰਮ ਕਰਦਾ, ਕੀ ਮੇਰਾ ਗੁਰੂ ਸਾਹਿਬਾਨ ਮੈਨੂੰ ਇਸ ਦੀ ਆਗਿਆ ਦਿੰਦਾ? ਕੀ ਇਹ ਕਰਮ ਕਰਨ ਦੇ ਨਾਲ ਮੇਰੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ? ਜੇ ਤੇ ਗੁਰਮੁਖ ਪਿਆਰਿਓ ਆਪਣੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਕਰ ਲਓ, ਪਰ ਨਹੀਂ, ਜਦੋਂ ਮਨ ਗਲਤ ਕੰਮ ਕਰਦਾ ਹੈ ਨਾ, ਆਤਮਾ ਇਸ ਨੂੰ ਵਰਜਦੀ ਹੈ। ਆਤਮਾ ਬੜਾ ਰੋਕਦੀ ਹੈ ਇਸ ਨੂੰ, ਇਹ ਗਲਤ ਕੰਮ ਹੈ, ਤੂੰ ਨਾ ਕਰ, ਤੈਨੂੰ ਇਸ ਦਾ ਲੇਖਾ ਜੋਖਾ ਦੇਣਾ ਪਊਗਾ। ਪਰ ਇਹਨਾਂ ਦਾ ਮਨ ਦਾ ਪੰਜਾ ਚੋਰਾਂ ਦੇ ਨਾਲ ਸੰਗ ਹੋਣ ਕਰਕੇ ਗੁਰਮੁਖ ਪਿਆਰਿਓ ਇਹ ਪ੍ਰਵਾਹ ਨਹੀਂ ਕਰਦਾ। ਜੋ ਆਤਮਾ ਇਸ ਨੂੰ ਵਰਜ ਰਹੀ ਹੈ ਨਾ, ਇਸ ਦੀ ਪ੍ਰਵਾਹ ਨਹੀਂ ਕਰਦਾ। ਆਸ਼ਾ ਕਹਿ ਰਹੀ ਹੈ, ਕਹੇ ਕਬੀਰ ਮਾਇਆ ਕੇ ਮਾਤੇ, ਹਿਰਦੈ ਦੇਖ ਵਿਚਾਰੀ। ਇਹ ਮਾਇਆ ਦੇ ਮਮਤਾ ਵਾਲੇ, ਮਾਇਆ ਦੀ ਮਮਤਾ ਦੇ ਵਿੱਚ ਲੋਟੂ ਹੋ ਗਿਆ, ਹਿਰਦੇ ਦੇ ਵਿੱਚ ਵਿਚਾਰ ਕਰਕੇ ਦੇਖ ਕਿ ਜਿਹੜੇ ਕੰਮ ਤੋਂ ਤੈਨੂੰ ਆਤਮਾ ਤੇਰੀ ਵਰਜ ਰਹੀ ਹੈ, ਕੀ ਇਹ ਠੀਕ ਨੇ? ਜਾਂ ਤੂੰ ਰਾਜਾ ਹੈ ਜਾਂ ਤੂੰ ਪਰਜਾ ਹੈ। ਮਾਲਕ ਦੇ ਲਈ ਵੱਡਾ ਤੇ ਛੋਟਾ ਇੱਕ ਨੇ, ਉਸਦੇ ਘਰ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਗੁਰਮੁਖ ਪਿਆਰਿਓ, ਇਹ ਵੱਡੇ ਅਤੇ ਅਥੋ ਛੋਟੇ ਅਸੀਂ ਇੱਥੇ ਹਾਂ। ਹੁਣ ਜਦੋਂ ਇਹ ਮਨ ਬੱਚਾ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਉਂਦਾ, ਜਿੰਨੀ ਦੇਰ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਇਹ ਮਨ ਬੱਚਾ, ਓਨੀ ਦੇਰ ਗੁਰਮੁਖ ਪਿਆਰਿਓ ਬੜੇ ਤਰਲੇ ਤੇ ਮਿੰਨਤਾਂ ਕਰਦਾ, ਬੜੀਆਂ ਕੋਸ਼ਿਸ਼ਾਂ ਕਰਦਾ ਅਤੇ ਅਰਜ਼ੋਈਆਂ ਕਰਦਾ
ਕਿ ਮਾਲਕਾ ਇਸ ਹਨੇਰੇ ਕੂਏ ਦੇ ਵਿੱਚੋਂ ਮੈਨੂੰ ਬਾਹਰ ਕੱਢ ਲੈ, ਇਸ ਕੁੰਭੀ ਜਲ ਦੇ ਵਿੱਚੋਂ ਮੈਨੂੰ ਬਾਹਰ ਕੱਢ ਲੈ। ਜਿੱਦਾਂ ਤੂੰ ਕਹੇਂਗਾ, ਜਿੰਨਾ ਚਿਰ ਕਹੇਂਗਾ, ਮੈਨੂੰ ਓਦਾਂ ਮਨਜ਼ੂਰ ਹੈ। ਇਹ ਸਾਰਾ ਕੁਝ ਮੰਨਿਆ ਸੀ ਗੁਰਮੁਖ ਪਿਆਰਿਓ ਮਾਤਾ ਦੇ ਗਰਭ ਦੇ ਵਿੱਚ, ਪਰ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਲਿਖ ਦਿੱਤਾ, ਕਹਿੰਦੇ ਜਿਉਂ ਹੀ ਇਹ ਬੱਚਾ ਗਰਭ ਜੂਨੀ ਚੋਂ ਬਾਹਰ ਆਇਆ, ਕਹਿੰਦੇ ਇਸ ਨੂੰ ਪਵਨ ਹੈ ਜਿਹੜੀ ਪਾਉਣ ਲੱਗ ਗਈ। ਸਭ ਤੋਂ ਪਹਿਲਾਂ ਕਹਿੰਦੇ ਪਾਉਣ ਲੱਗੀ ਇਸ ਨੂੰ। ਜਦੋਂ ਪਾਉਣ ਲੱਗੀ, ਕਹਿੰਦੇ ਪਾਉਣ ਨੂੰ ਲੱਗਣ ਸਾਰ ਇਹ ਆਪਣੇ ਖਸਮ ਨੂੰ ਭੁੱਲ ਗਿਆ, ਇਹ ਆਪਣੇ ਮਾਲਕ ਨੂੰ ਭੁੱਲ ਗਿਆ, ਇਹ ਆਪਣੇ ਪਿਤਾ ਨੂੰ ਭੁੱਲ ਗਿਆ। ਪਾਤਸ਼ਾਹ ਗੁਰਬਾਣੀ ਦੇ ਵਿੱਚ ਦੱਸਦੇ ਹੈ, ਜੋਨ ਛੋੜ ਜਹੁ ਜਗ ਮੈਂ ਆਇਓ। ਪਾਤਸ਼ਾਹ ਨੇ ਕਿਤੇ ਵੀ ਪਰਦਾ ਨਹੀਂ ਰੱਖਿਆ। ਪਾਤਸ਼ਾਹ ਕਹਿੰਦੇ ਹੈ, ਜੋਨ ਛੋੜ ਜਉ ਜਗ ਮੈਂ ਆਇਓ, ਲਾਗਤ ਪਵਨ ਖਾਸਮ ਬਿਸਰਾਇਓ। ਕਹਿੰਦੇ ਜਦੋਂ ਵੀ ਗਰਭ ਜੂਨੀ ਛੱਡ ਕੇ ਇਸ ਜੱਗ ਦੇ ਵਿੱਚ ਆ ਗਿਆ, ਇਸ ਜੱਗ ਦੀ ਪਾਉਣ ਲੱਗੀ ਅਤੇ ਨਾਲ ਦੀ ਨਾਲ ਖਸਮ ਨੂੰ ਭੁੱਲ ਗਿਆ, ਖਸਮ ਨੂੰ ਵਿਸਾਰ ਦਿੱਤਾ। ਜੋਨ ਛੋੜ ਜਉ ਜਗ ਮੈਂ ਆਇਓ, ਲਾਗਤ ਪਵਨ ਖਾਸਮ ਬਿਸਰਾਇਓ। ਪਰ ਜਿੰਨੀ ਚਿਰ ਗਰਭ ਦੇ ਵਿੱਚ ਸੀ, ਜਿੰਨੀ ਦੇਰ ਇਹ ਬੱਚਾ ਗਰਭ ਦੇ ਵਿੱਚ ਸੀ, ਉਦੋਂ ਤਰਲੇ ਮਿੰਨਤਾਂ ਕਰਦਾ ਸੀ, ਉਦੋਂ ਤਰਲੇ ਮਿੰਨਤਾਂ ਕਰਦਾ ਸੀ ਗੁਰਮੁਖ ਪਿਆਰਿਓ। ਉਦੋਂ ਤਪੱਸਿਆ ਕਰਦਾ ਸੀ, ਉਦੋਂ ਭਗਤੀ ਕਰਦਾ ਸੀ, ਉਦੋਂ ਤਪ ਕਰਦਾ ਸੀ। ਉਦੋਂ ਨਹੀਂ ਵਿਹਲਾ ਬੈਠਾ ਇਹ, ਉਦੋਂ ਨਹੀਂ ਇਸ ਨੇ ਆਲਸ ਕੀਤੀ, ਉਦੋਂ ਨਹੀਂ ਇਸ ਨੇ ਭਗਤੀ ਛੱਡੀ। ਪਾਤਸ਼ਾਹ ਦੱਸਦੇ ਆ ਗੁਰਬਾਣੀ 'ਚ, ਤਉ ਜਠਰ ਅਗਨ ਮਹਿ ਰਹਿਤਾ। ਕਹਿੰਦੇ ਜਿੰਨੀ ਦੇਰ ਉਸ ਜਠਰ ਦੀ ਅਗਨੀ ਦੇ ਵਿੱਚ ਸੀ, ਜਿੰਨੀ ਦੇਰ ਉਸ ਅਗਨੀ ਦੇ ਵਿੱਚ ਸੀ, ਕਹਿੰਦੇ ਓਨੀ ਦੇਰ ਬੜੀ ਭਗਤੀ ਕੀਤੀ ਹੈ, ਬੜੀ ਤਪੱਸਿਆ ਕੀਤੀ ਹੈ। ਪਰ ਜਿਉਂ ਹੀ ਇਸ ਮਨ ਬੱਚੇ ਨੂੰ ਪਾਉਣ ਲੱਗ ਗਈ, ਇਸ ਨੇ ਉਸ ਮਾਲਕ ਨੂੰ ਵਿਸਾਰ ਦਿੱਤਾ, ਇਸ ਨੇ ਉਸ ਖਸਮ ਨੂੰ ਵਿਸਾਰ ਦਿੱਤਾ। ਜਦੋਂ ਖਸਮ ਨੂੰ ਵਿਸਾਰ ਦਿੱਤਾ ਨਾ ਗੁਰਮੁਖ ਪਿਆਰਿਓ, ਫਿਰ ਇੱਕ ਆਪਾਂ ਛੋਟਾ ਜਿਹਾ ਖੇਲ ਦਰਸਾਉਂਦੇ ਹਾਂ ਅੱਜ। ਕਿਹੜਾ ਖੇਲ? ਤੁਹਾਡੇ ਯਾਦ ਹੋਏਗਾ ਸਾਰਿਆਂ ਦੇ, ਜਦੋਂ ਬੱਚਾ ਜਨਮ ਲੈਂਦਾ,